study of the political behavior on of an individual। ठीक है, ਕਹਿੰਦੇ ਕਿ ਵਿਅਕਤੀ ਦੇ ਰਾਜਨੀਤਿਕ ਵਿਵਹਾਰ ਦਾ ਅਧਿਐਨ, ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਨਾ ਕਿ ਹਿਊਮਨ ਬੀਇੰਗ ਦਾ ਜੋ ਨੇਚਰ ਹੈ ਉਹ ਟਾਈਮ ਟੂ ਟਾਈਮ ਹਰ ਸਿਚੁਏਸ਼ਨ ਦੇ ਅਕੋਰਡਿੰਗ ਚੇਂਜ ਹੁੰਦਾ ਰਹਿੰਦਾ ਹੈ। ਸੋ ਇਸ ਲਈ ਕਹਿੰਦੇ ਕਿ ਜ਼ਰੂਰੀ ਇਹੀ ਹੈ ਕਿ ਮਤਲਬ ਟਾਈਮ ਟੂ ਟਾਈਮ ਅਗਰ ਹਿਊਮਨ ਬੀਇੰਗ ਦਾ ਨੇਚਰ ਚੇਂਜ ਹੁੰਦਾ ਹੈ ਤੇ ਉਹ ਵੀ ਪੋਲੀਟੀਕਲ ਸਾਇੰਸ ਦੇ ਸਕੋਪ ਦੇ ਵਿੱਚ ਆਉਂਦਾ ਹੈ। ਠੀਕ ਹੈ, ਪੋਲੀਟੀਕਲ ਸਾਇੰਸ ਦੇ ਸਕੋਪ ਚ ਕੀ ਆਂਦਾ ਹੈਗਾ ਵਾ ਹਿਊਮਨ ਬੀਇੰਗ ਦਾ ਨੇਚਰ ਵੀ। ਇਸ ਲਈ ਸਭ ਤੋਂ ਪਹਿਲਾਂ ਕਹਿੰਦੇ ਕਿ ਡਾਕਟਰ ਡੀ.ਏ. ਬਟਲਰ ਨੇ ਇਹ ਚੀਜ਼ ਬੋਲੀ ਹੈ ਕਿ ਹਿਊਮਨ ਬੀਇੰਗ ਦੇ ਨਾਲ ਪੂਰੀ ਦੀ ਪੂਰੀ ਪੋਲਿਟਿਕਸ ਰਿਲੇਟ ਹੈ। ਠੀਕ ਹੈ, ਸੋ ਕਹਿੰਦੇ ਕਿ ਲੋਕਾਂ ਦੇ ਮਤਲਬ ਹਿਊਮਨ ਬੀਇੰਗ ਦੇ ਨੇਚਰ ਨੂੰ ਜਾਣਨ ਤੋਂ ਬਿਨਾ ਤੁਸੀਂ ਕਦੇ ਵੀ ਪੋਲਿਟਿਕਸ ਦੇ ਬਾਰੇ ਵਿੱਚ ਨੌਲੇਜ ਗੇਨ ਨਹੀਂ ਕਰ ਸਕਦੇ। ਅਗਰ ਕਹਿੰਦੇ ਕਿ ਤੁਸੀਂ ਚਾਹੁੰਦੇ ਹੋ ਨਾ ਕਿ ਪੋਲਿਟਿਕਸ ਦੇ ਬਾਰੇ ਵਿੱਚ ਤੁਹਾਨੂੰ ਨੌਲੇਜ ਹੋਵੇ ਤਾਂ ਸਭ ਤੋਂ ਪਹਿਲਾਂ ਕਹਿੰਦੇ ਤੁਸੀਂ ਹਿਊਮਨ ਬੀਇੰਗ ਜਿਹੜਾ ਹੈਗਾ ਨਾ ਉਸਦੇ ਨੇਚਰ ਨੂੰ ਜਾਣੋ। ਠੀਕ ਹੈ, ਯਾਨੀ ਕਿ ਹਿਊਮਨ ਬੀਇੰਗ ਕੀ ਕਰਦਾ ਹੈ ਕੀ ਨਹੀਂ ਕਰਦਾ ਹੈ ਤਾਂ ਉਹਦੇ ਨੇਚਰ ਨੂੰ ਜਾਣਨਾ ਚਾਹੀਦਾ ਵਾ। ਨੈਕਸਟ ਸਟੱਡੀ ਆਫ ਦਾ ਪੋਲਿਟੀਕਲ ਇਨਵੋਲਵਮੈਂਟ ਆਫ ਦਾ ਗਰੁੱਪ। ਕਹਿੰਦੇ ਕਿ ਜਿਹੜੇ ਪੋਲੀਟੀਕਲ ਗਰੁੱਪ ਬਣੇ ਹੁੰਦੇ ਆ ਉਹਨਾਂ ਦੀ ਕੀ ਇਨਵੋਲਵਮੈਂਟ ਹੈ, ਮਤਲਬ ਕਿਉਂ ਬਣਾਏ ਜਾਂਦੇ ਨੇ ਇਹ ਗਰੁੱਪ। ਯਾਦ ਰੱਖਣਾ ਗਰੁੱਪ ਇਦਾਂ ਦੇ ਹੁੰਦੇ ਆ, ਪ੍ਰੈਸ਼ਰ ਗਰੁੱਪ, ਪ੍ਰੈਸ਼ਰ ਦੇ ਨਾਮ ਤੋਂ ਹੀ ਸਮਝ ਆਉਂਦਾ ਨਾ ਕਿ ਇਹ ਬੰਦਾ ਇਹ ਚੀਜ਼ ਪ੍ਰੈਸ਼ਰ ਪਾਏਗਾ। ਠੀਕ ਹੈ, ਜਿੱਦਾਂ ਮੇਰੀ ਡਿਮਾਂਡ ਹੈ ਕੋਈ, ਮੈਂ ਗਵਰਨਮੈਂਟ ਦੇ ਉੱਤੇ ਨਾ ਪ੍ਰੈਸ਼ਰ ਪਾਵਾਂ ਵੀ ਮੈਨੂੰ ਨਹੀਂ ਮੇਰੀ ਇਹ ਡਿਮਾਂਡ ਪੂਰੀ ਹੋਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਦੇ ਤੌਰ ਤੇ ਮੈਂ ਧਰਨੇ ਲਗਾ ਕੇ ਬੈਠ ਜਾਵਾਂ ਵੀ ਮੇਰੀ ਡਿਮਾਂਡ ਹੈ ਪੂਰੀ ਕਰੋ, ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਜਸਟ ਸਾਡੇ ਲਈ ਇੰਨਾ ਕੁ ਹੈਗਾ ਵਾ ਕਿ ਬਹੁਤ ਸਾਰੇ ਨਾ ਕਈ ਵੇਲੇ ਪੋਲੀਟੀਕਲ ਗਰੁੱਪ ਬਣੇ ਹੁੰਦੇ ਨੇ। ਇਹ ਪੋਲੀਟੀਕਲ ਗਰੁੱਪ ਬਣੇ ਕਿਉਂ ਹੁੰਦੇ ਨੇ? ਪ੍ਰੈਸ਼ਰਾਈਜ਼ ਕਰਨ ਦੇ ਲਈ। ਕਿਹਨੂੰ ਪ੍ਰੈਸ਼ਰਾਈਜ਼ ਕਰਦੇ ਨੇ ਇਹ? ਜਨਤਾ ਜਿਹੜੀ ਹੈਗੀ ਪ੍ਰੈਸ਼ਰਾਈਜ਼ ਕਰਦੀ ਹੈ ਗਵਰਨਮੈਂਟ ਨੂੰ, ਪ੍ਰੈਸ਼ਰ ਗਰੁੱਪ ਬਣਾ ਕੇ। ਫਿਰ ਵਰਡ ਆ ਜਾਂਦਾ ਨਾ ਪ੍ਰੈਸ਼ਰ ਗਰੁੱਪ, ਤੇ ਇਹਦਾ ਮਤਲਬ ਹੈਗਾ ਵਾ ਗਰੁੱਪ ਆਫ ਦਾ ਪੀਪਲ, ਕੁਝ ਕੁ ਲੋਕਾਂ ਦਾ ਗਰੁੱਪ ਜਿਹੜਾ ਕਿ ਪ੍ਰੈਸ਼ਰਾਈਜ਼ ਕਰਦਾ ਹੈ ਕਿ ਮੈਨੂੰ ਮੇਰੀ ਕੁਝ ਡਿਮਾਂਡ ਹੈ ਤਾਂ ਉਸ ਡਿਮਾਂਡ ਨੂੰ ਫੋਲੋ ਕੀਤਾ ਜਾਏ। ਠੀਕ ਹੈ, ਸੋ ਇਸ ਤਰ੍ਹਾਂ ਕਹਿੰਦੇ ਅਸੀਂ ਦੇਖਦੇ ਹੈਗੇ ਆ ਕਿ ਗਰੁੱਪ ਦੇ ਵਿੱਚ ਨਾ ਗਰੁੱਪ ਇਸ ਤਰੀਕੇ ਦੇ ਵੀ ਬਣਾਏ ਜਾਂਦੇ ਆ। ਇੰਟਰਸਟ ਆਰਟੀਕੂਲੇਸ਼ਨ ਦਾ ਐਗਰੀਗੇਸ਼ਨ, ਸੌਰੀ, ਠੀਕ ਹੈ, ਇੰਟਰਸਟ ਐਗਰੀਗੇਸ਼ਨ ਇਹਦਾ ਮਤਲਬ ਹੁੰਦਾ ਵਾ ਕਿ ਲੋਕਾਂ ਦਾ ਨਾ ਸਮੂਹ ਬਣ ਜਾਣਾ। ਜੇ ਤੁਹਾਡੀ ਕੋਈ ਡਿਮਾਂਡ ਹੈ ਨਾ, ਜੇ ਤੁਸੀਂ ਇਕੱਲੇ ਜੇ ਜਾਓਗੇ ਆਪਣੀ ਡਿਮਾਂਡ ਨੂੰ ਫੋਲੋ ਕਰਵਾਉਣ ਦੇ ਲਈ ਤਾਂ ਕੋਈ ਤੁਹਾਡੀ ਡਿਮਾਂਡ ਨੂੰ ਨਹੀਂ ਮੰਨੇਗਾ। ਲੇਕਿਨ ਜੇ ਤੁਸੀਂ ਗਰੁੱਪ ਦੇ ਵਿੱਚ ਜਾਓਗੇ ਆਪਣੀ ਡਿਮਾਂਡ ਨੂੰ ਲੈ ਕੇ ਤਾਂ ਗਵਰਨਮੈਂਟ ਨੂੰ ਮੰਨਣਾ ਪਏਗਾ। ਗਵਰਨਮੈਂਟ ਨੂੰ ਪਤਾ ਹੈ ਕਿ ਜੇ ਮੈਂ ਡਿਮਾਂਡ ਨੂੰ ਇਹਨਾਂ ਦੀ ਨੂੰ ਫੁੱਲਫਿਲ ਨਹੀਂ ਕੀਤਾ ਦੈਨ ਇਹ ਮੈਨੂੰ ਮਤਲਬ ਕਿਸੇ ਵੀ ਤਰ੍ਹਾਂ ਮੇਰੀ ਪੋਜੀਸ਼ਨ ਨੂੰ ਹਾਰਮ ਕਰ ਸਕਦੇ ਆ। ਕਹਿੰਦੇ ਸੋ ਇਸ ਲਈ ਗਵਰਨਮੈਂਟ ਅਗਰ ਕੋਈ ਵੀ ਰੂਲ ਬਣਾਉਂਦੀ ਹੈ ਨਾ ਤਾਂ ਰੂਲ ਬਣਾਉਣ ਤੋਂ ਪਹਿਲਾਂ ਉਹ ਪ੍ਰੈਸ਼ਰ ਗਰੁੱਪ ਦੇ ਮੈਂਬਰ ਦੇ ਨਾਲ ਕੰਸਰਨ ਜ਼ਰੂਰ ਕਰ ਲੈਂਦੇ ਨੇ ਕਿ ਜੋ ਰੂਲ ਬਣਾਇਆ ਗਿਆ ਵਾ ਸਭ ਨੂੰ ਐਕਸੈਪਟੇਬਲ ਹੈ ਕਿ ਨਹੀਂ ਹੈ, ਤਾਂ ਜੋ ਰੂਲ ਬਣਨ ਤੋਂ ਬਾਅਦ ਕੋਈ ਸਟ੍ਰਾਈਕ ਵਗੈਰਾ ਨਾ ਕਰਦੇ। ਉਸ ਤੋਂ ਬਾਅਦ ਹੈ ਸਟੱਡੀ ਆਫ ਇਲੀਟ। ਇਲੀਟ ਯਾਦ ਰੱਖਣਾ ਹੈ, ਵਰਡ ਹੈਗਾ ELITE, ਇਲੀਟ। ਇਲੀਟ ਦਾ ਮਤਲਬ ਹੁੰਦਾ ਵਾ ਕੁਝ ਕੁ ਲੋਕਾਂ ਦਾ ਗਰੁੱਪ। ਠੀਕ ਹੈ, ਗਰੁੱਪ ਆਫ ਦਾ ਪੀਪਲ ਹੀ ਮੰਨ ਲਓ, ਲੇਕਿਨ ਕੁਝ ਕੁ ਲੋਕਾਂ ਦਾ ਗਰੁੱਪ। ਜਿੱਦਾਂ ਕਹ ਲਓ ਕਿ ਕੁਝ ਕੁ ਇਸ ਤਰ੍ਹਾਂ ਦੇ ਪਰਸਨ ਜਿਹੜੇ ਕਿ ਗਵਰਨਮੈਂਟ ਨੂੰ ਚਲਾਉਂਦੇ ਨੇ। ਠੀਕ ਹੈ, ਫੋਰ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਦੇਖੋ ਗਰੁੱਪ ਬਣਿਆ ਹੈ ਜੀ ਬੀਜੇਪੀ ਦਾ, ਤਾਂ ਬੀਜੇਪੀ ਦੇ ਪਰਸਨ ਥੋੜੇ ਜਿਹੇ ਆ ਨਾ, ਮੈਂ ਵੀ ਬੀਜੇਪੀ ਦਾ ਪਰਸਨ, ਤੁਸੀਂ ਬੀਜੇਪੀ ਦੇ ਪਰਸਨ, ਏਦਾਂ ਥੋੜੀ ਨਾ ਵਾ, ਆਪਾਂ ਲੋਕ ਥੋੜੀ ਨਾ ਚਲਾਉਂਦੇ ਆ ਗਵਰਨਮੈਂਟ ਨੂੰ। ਕੁਝ ਏਦਾਂ ਦੇ ਪਰਸਨ ਜਿਹੜੇ ਕਿ ਗਵਰਨਮੈਂਟ ਨੂੰ ਚਲਾਉਂਦੇ ਨੇ ਉਹਨੂੰ ਬੋਲਦੇ ਆ ਇਲੀਟ ਪਰਸਨ। ਜਿੱਦਾਂ ਬੀਜੇਪੀ ਲੈ ਲਓ, ਕਾਂਗਰਸ ਲੈ ਲਓ, ਠੀਕ ਹੈ, कह लो कि भारतीय जनता पार्टी जिसमें बीजेपी कहते हैं, बहुजन समाज पार्टी, ठीक है। तो इस तरह के कुछ परसन जिन्हां दे कोल पावर हुंदी है जिहड़े कि गवर्नमेंट नूं चलांदे ने, ठीक है। कहंदे कि जिहड़े विशिष्ट यानी कि जिहड़े एलीट परसन हुंदे आ ना, इन्हां नूं बाकियां नालों इन्हां दे कोल ज्यादा पावर हुंदी है, ठीक है। इलेक्शन दे टाइम पीरियड दे विच इलेक्शन जिहड़े हैगे उन्हां नूं लड़दे आ, गवर्नमेंट बनांदे आ, ते जिहदे करके अगर ये विनर बन जांदे आ दैन इन्हां दे हत्थां दे विच पावर आ जांदी है। दैन ये परसन की करदे ने, जदों इन्हां दे हत्थां दे विच पावर हुंदी है, ये परसन एलीट बन जांदे ने ते गवर्नमेंट नूं बनांदे ने ते रूल एंड रेगुलेशंस नूं सानू फॉलो करन दे लई बोलदे ने। इहनूं कहंदे एलीट परसन, ठीक है।
ਜਿੱਥੇ ਤੁਹਾਡੀ ਬੁੱਕ ਦਾ ਕੁਝ ਵੀ ਕੋਨਾ ਖਾਲੀ ਮਿਲਦਾ ਹੁੰਦਾ ਹੈ ਨਾ, ਜੇ ਮੈਂ ਕੋਈ ਐਗਜ਼ਾਮਪਲ ਦੇ ਦਿੰਦੀ ਹਾਂ ਤਾਂ ਉਹਨੂੰ ਲਿਖ ਲਿਆ ਕਰੋ, ਕਿਉਂਕਿ ਐਗਜ਼ਾਮਪਲ ਦੇ ਨਾਲ ਚੀਜ਼ਾਂ ਬਹੁਤ ਜਲਦੀ ਸਮਝ ਆਉਂਦੀਆਂ ਨੇ। ਉਸ ਤੋਂ ਬਾਅਦ ਹੈ ਸਟੱਡੀ ਆਫ ਦ ਪੋਲਿਟੀਕਲ ਸੋਸ਼ਲਾਈਜੇਸ਼ਨ ਐਂਡ ਕਲਚਰ। ਕਹਿੰਦੇ ਸਟੱਡੀ ਕਰਨਾ ਕਿਹਦੇ ਬਾਰੇ ਚ? ਸੋਸ਼ਲਾਈਜੇਸ਼ਨ ਦੇ ਬਾਰੇ ਵਿੱਚ। ਯਾਦ ਰੱਖਣਾ ਮੈਂ ਹੁਣ ਜੋ ਵੀ ਕਰਵਾ ਰਹੀ ਹਾਂ ਸੋਸ਼ਲਾਈਜੇਸ਼ਨ ਤਾਂ ਹੀ ਸੀ। ਸੋਸ਼ਲਾਈਜੇਸ਼ਨ ਦਾ ਮਤਲਬ ਹੁੰਦਾ ਹੈ ਸਮਾਜੀਕਰਨ। ਸਮਾਜੀਕਰਨ ਦਾ ਮਤਲਬ ਹੁੰਦਾ ਵਾ ਕਿ ਸਮਾਜ ਦੇ ਵਿੱਚ, ਸਮਾਜੀਕਰਨ ਬੋਲਿਆ ਨਾ, ਸਮਾਜ ਦੇ ਵਿੱਚ ਜੋ ਵੀ ਚੀਜ਼ਾਂ ਹੋ ਰਹੀਆਂ ਨੇ ਉਹ ਕੀ ਨੇ? ਸਮਾਜੀਕਰਨ ਹੀ ਤਾਂ ਹੈ। ਤਾਂ ਹੁਣ ਜੋ ਵੀ ਚੀਜ਼ਾਂ ਬੋਲੀਆਂ ਮੈਂ ਸਮਾਜ 'ਚ ਹੀ ਹੋ ਰਹੀਆਂ ਸੀ, ਹੈ ਨਾ। ਕੋਈ ਉੱਤੇ ਤੋਂ ਸਵਰਗ ਦੇ ਵਿੱਚ ਇਸ ਤਰ੍ਹਾਂ ਦੀ ਥਾਵਾਂ ਤੇ ਥੋੜੀ ਨਾ ਹੋ ਰਹੀਆਂ ਸੀ, ਸਮਾਜ ਦੇ ਵਿੱਚ ਹੋ ਰਹੀਆਂ ਸੀ ਨਾ। ਕਹਿੰਦੇ ਕਿ ਸੱਭਿਆਚਾਰ ਉਹਨੂੰ ਕਹਿੰਦੇ ਆ ਜਦੋਂ ਅਸੀਂ ਕਹਿੰਦੇ ਆ ਸਾਡਾ ਸੱਭਿਆਚਾਰ ਬਣਦਾ ਹੀ ਕਿੱਦਾਂ ਵਾ। ਰਾਜਨੀਤਿਕ ਸੱਭਿਆਚਾਰ ਕਿੱਦਾਂ ਬਣਦਾ ਵਾ? ਰਾਜਨੀਤੀ ਸੱਭਿਆਚਾਰ ਇਸ ਤਰੀਕੇ ਦੇ ਨਾਲ ਬਣਦਾ ਹੈਗਾ। ਜਦੋਂ ਮੈਂ ਬੋਲਿਆ ਸਮਾਜੀਕਰਨ, ਸਮਾਜੀਕਰਨ ਮਤਲਬ ਸਮਾਜ, ਸਮਾਜ ਦੇ ਵਿੱਚ ਸੱਭਿਆਚਾਰ ਆਏਗਾ। ਜੇ ਵਰਡ ਕਿਤੇ ਆ ਜਾਵੇ ਰਾਜਨੀਤਿਕ ਸੱਭਿਆਚਾਰ ਮਤਲਬ ਪੋਲਿਟੀਕਲ ਕਲਚਰ ਨਾਮ ਦਾ ਵਰਡ ਆ ਜਾਏ, ਅਸੀਂ ਕਹਿਣਾ ਪੋਲਿਟੀਕਲ ਦੇ ਪ੍ਰਤੀ ਸਾਡੇ ਡਿਮਾਂਡਸ ਕੀ ਨੇ, ਸਾਡਾ ਇੰਟਰਸਟ ਕੀ ਹੈ, ਸਾਡੀਆਂ ਫੀਲਿੰਗਸ ਕੀ ਨੇ, ਸਭ ਦਾ ਸਭ ਪੋਲਿਟੀਕਲ ਕਲਚਰ ਹੈ। ਠੀਕ ਹੈ। तो कहते इन्होंने पॉलिटिकल कल्चर का नाम दिता है। कहते कि जेड़ा साडा पॉलिटिकल कल्चर है ना, ये वन जनरेशन टू अनदर जनरेशन, एक जनरेशन तो दूजी जनरेशन तक जांदा रहंदा है। जिद्दां मान लो कि साडी फैमिली मनदी है जी कांग्रेस नूं, भी साडी मैं भी फैमिली कांग्रेस नूं मनदी हां, मैनूं लगदा है कांग्रेस बहुत चंगी है। मैं एग्जांपल दे रही हूं, मैनूं कांग्रेस नहीं चंगी लगदी, चलो एग्जांपल है। तो मैनू कांग्रेस बहुत अच्छी लगती है, तो अगर मैनू अच्छी लगती है मैं ਉਹਦੇ ਵਿੱਚ ਪਾਰਟਿਸਿਪੇਟ ਕਰਾਂਗੀ। ਨੈਕਸਟ ਮੇਰੇ ਬੱਚੇ ਹੋ ਜਾਣਗੇ, ਮੈਂ ਉਹਨਾਂ ਨੂੰ ਵੀ ਬੋਲਾਂਗੀ ਪਾਰਟਿਸਿਪੇਟ ਕਰਨ ਨੂੰ, ਨੈਕਸਟ ਉਹਨਾਂ ਦੇ ਬੱਚੇ ਹੋ ਜਾਣਗੇ ਉਹ ਵੀ ਉਹਨਾਂ ਨੂੰ ਬੋਲਣਗੇ ਪਾਰਟਿਸਿਪੇਟ ਕਰਨ ਨੂੰ। ਕਹਿੰਦੇ ਇੱਕ ਜਨਰੇਸ਼ਨ ਟੂ ਅਦਰ ਜਨਰੇਸ਼ਨ ਤੱਕ ਪੋਲਿਟੀਕਲ ਕਲਚਰ ਚੱਲਦਾ ਹੀ ਰਹਿੰਦਾ ਹੈ। यानी कि पॉलिटिक्स के प्रति साडियां की डिजायर्स ने, साडा की इंटरस्ट है, साडियां की फीलिंग ने, ये सारा कुछ साडे कल्चर च आ जांदा है। ठीक है। कहंदे कि इत्थे असीं ये देखांगे कि मॉडर्न टाइम पीरियड दे राइटर जिहड़े हैगे ने इन्हां नूं भी पॉलिटिकल कल्चर दे विच, पॉलिटिकल साइंस दे विच ऐड करदे ने। चलो जी नेक्स्ट चलदे हां। स्टडी ऑफ कंपैरेटिव गवर्नमेंट एंड पॉलिटिक्स। अच्छा जो तुहानू वर्ड आंदा ना गवर्नमेंट, हुण अच्छे तरीके नाल याद रखना। कदे वर्ड आंदा है कंपैरेटिव गवर्नमेंट, कदे वर्ड आ जांदा है कंपैरेटिव पॉलिटिक्स। अच्छा वर्ड आंदा ना कंपैरेटिव गवर्नमेंट, कंपैरेटिव दा मतलब तुलना करनी, गवर्नमेंट दा मतलब गवर्नमेंट दी तुलना करनी। यानी कि गवर्नमेंट ते ओदे 3 पार्ट केड़े-केड़े ने? ਲੈਜਿਸਲੇਚਰ, ਐਗਜ਼ੀਕਿਊਟਿਵ, ਜੁਡੀਸ਼ਰੀ ਸਿਸਟਮ। ਅਸੀਂ ਕਵਾਂਗੇ ਕੰਪੈਰੀਟਿਵ ਪੋਲਿਟਿਕਸ ਗਵਰਨਮੈਂਟ ਤੇ ਗਵਰਨਮੈਂਟ ਦੇ ਪਾਰਟਸ, ਇਹਨਾਂ ਦੇ ਬਾਰੇ ਵਿੱਚ ਸਟੱਡੀ ਕਰਦਾ ਹੈ ਕਿ ਇਹ ਪਾਰਟ ਕਿਉਂ ਬਣਾਏ ਗਏ। ਉਸ ਤੋਂ ਬਾਅਦ ਆਂਦਾ ਹੈ ਗਵਰਨਮੈਂਟ ਸੇ ਕਾइंड, ਗਵਰਨਮੈਂਟ ਕਿੰਨੀ ਤਰ੍ਹਾਂ ਦੀ ਹੈ? ਗਵਰਨਮੈਂਟ ਤਾਂ ਬਹੁਤ ਤਰ੍ਹਾਂ ਦੀ ਹੈ, ਡੈਮੋਕ੍ਰੇਸੀ ਹੈ, डिक्टेटर है, फेडरल है, यूनिटरी है, पार्लियामेंट है, प्रेसिडेंशियल है, नाजीज्म है, फासिज्म है, मार्क्सिज्म है, सब गवर्नमेंट है। ठीक है। तो गवर्नमेंट तो बहुत टाइप दी है, तो इस चीज नु मेरी नु थोड़ा जा ध्यान दे नाल सुनना कि जदों वर्ड आंदा है कंपैरेटिव गवर्नमेंट, तो बोलना है कि गवर्नमेंट ते ओदे पार्ट्स दे बारे विच स्टडी करदा है साडा पॉलिटिकल साइंस। पर जदों वर्ड आंदा है कंपैरेटिव पॉलिटिक्स, पॉलिटिक्स दे विच सब चीजां आणगियां। आ जेड़े तुसी धरने लगांदे हो, जेड़ा तुसी ब्लड शेड करदे हो, जेड़ी तुसी स्ट्राइक करदे हो, जेड़े तुसी रॉयट्स करदे हो, तुसी लोग नहीं मतलब जेड़े भी करदे ने, तो जेड़े लोग डेमोन्स्ट्रेशंस प्रदर्शनियां लगांदे ने, जो डायरेक्ट और इनडायरेक्ट बेसिस दे नाल साडी पॉलिटिक्स नु इन्फ्लुएंस करदियां ने चीजां, ओ पॉलिटिक्स च विच आणगियां। अच्छा हुण तुसी मैनूं दसो स्कोप यानी कि खेतर किहदा वड्डा है, गवर्नमेंट दा कि पॉलिटिक्स दा? कोई भी बोल दिया करो, फटाफट बोलिया करो। पीयूष हाँ जी, सब तो ज्यादा वड्डा स्कोप किहदा है, पॉलिटिक्स दा कि गवर्नमेंट दा? हाँ जी पॉलिटिक्स दा स्कोप, हाँ जी पॉलिटिक्स दा स्कोप सब तो वड्डा है। क्यों पॉलिटिक्स दा स्कोप सब तो वड्डा है? क्योंकि पॉलिटिक्स दे विच सब चीजां आंदियां ने,
सब चीजां मतलब जिद्दां कह लो कि गवर्नमेंट दे विच तां सिर्फ गवर्नमेंट आएगी, गवर्नमेंट किद्दां दी हैगी है, गवर्नमेंट दे केड़े केड़े फॉर्म्स ने, ठीक है, जिद्दां डिक्टेटरशिप होगी, डेमोक्रेसी होगी, ठीक है, नाजीज्म होगी, फासिज्म होगी, पार्लियामेंट होगी, ये सारियां गवर्नमेंट्स ने। तो अगर मैं कहूंगी कंपैरेटिव गवर्नमेंट तो तुसी की करना है, जस्ट गवर्नमेंट के बारे में देखना है कि पार्लियामेंट डेमोक्रेसी ज्यादा अच्छी है कि डिक्टेटर अच्छी है, बस गल खत्म। जदों तुहानू वर्ड आंदा है कंपैरेटिव पॉलिटिक्स तो तुसी ये गल देखनी है कि पॉलिटिक्स किहड़ियां चीजां आणगियां। पॉलिटिक्स दे विच हर वो चीज आ जाएगी जिहदे नाल साडी गवर्नमेंट इन्फ्लुएंस हुंदी है, प्रभावित हुंदी है। मतलब जिद्दां मैं तुहानू पहला भी एग्जांपल दित्ती है, तुसी धरने लगा लोगे, तुहानू की लगदा है गवर्नमेंट ते इफेक्ट नहीं पैंदा? पैंदा है। सानू पता लगदा है किहड़ी गवर्नमेंट बुरी है, किहड़ी गवर्नमेंट अच्छी है ना? तो गवर्नमेंट दा इफेक्ट जो है पैंदा है। सो असीं दिमाग च रखना है कि पॉलिटिक्स बहुत वड्डी है। हर एक्टिविटी जो ह्यूमन बीइंग करदा है पॉलिटिक्स दे नाल रिलेटेड है, लेकिन हर एक्टिविटी जो ह्यूमन बीइंग करदा है वो गवर्नमेंट दे नाल रिलेटेड नहीं है। क्योंकि गवर्नमेंट दे विच अगर असीं कंपैरिजन करांगे तो गवर्नमेंट दियां फॉर्म्स, गवर्नमेंट दी काइंड, मतलब गवर्नमेंट किन्नी तरह दी है, गवर्नमेंट क्यों बनाई गई है, केड़ी गवर्नमेंट अच्छी है, बस वही चीजां आ जाणगियां। पॉलिटिक्स दे विच हर चीज आएगी, है ना? चलो इस दे नाल ही ये पोर्शन कंप्लीट हुंदा है ते आपां करदे हां हुण डिफरेंस। याद रखना मैं तुहानू ट्रेडिशनल पॉइंट ऑफ व्यू भी करवा दित्ते, ठीक है, पॉलिटिकल साइंस दे, ते मॉडर्न पॉइंट ऑफ व्यू भी करवा दित्ते। मतलब पुराने टाइम पीरियड दे राइटर पॉलिटिकल साइंस बारे की कहंदे आ, मॉडर्न टाइम पीरियड दे राइटर पॉलिटिकल साइंस बारे की कहंदे आ। चलो हुण आपां दोबारा फिर इन्हां दा कंपैरिजन करदे हां, ठीक है। पहला हैगा ट्रेडिशनल व्यू पॉइंट इज नॉर्मेटिव whereas modern viewpoint is the impractical, ठीक है। that means कहंदे कि जेड़े परंपरावादी ने, जेड़े पुराने टाइम पीरियड दे राइटर ने ना, वो की करदे हैगे ने, हर चीज नू बस एक कह लो कि नॉर्मेटिव एस्पेक्ट दे नाल देखदे आ। नॉर्मेटिव दा मतलब हुंदा आदर्शवादी, मतलब वो जस्ट की करदे ने, वो कहंदे ने रूल इदां दे बनाने चाहिए ने जेड़े सब दे बेनिफिट लई होवे। आपां कहंदे ने गांधी जी आदर्शवादी ने, चंगा चंगा ही बोलदे ने, इन्ना चंगा तो हुंदा भी नहीं जिन्ना चंगा वो बोल दिंदे ने, है ना। तो आपां +2 दे विच एक गांधी जी दी थ्योरी कीती सी, जेदे विच लिखिया सी गांधी जी कहंदे सी जे कोई पर्सन क्राइम करदा ना ते ओनू सजा ना दो, है ना, ओनू प्यार दे नाल समझाओ तो ओनू सजा ना दो। किन्ना मूर्खतापूर्ण गल है भी तुसी किसी दा मर्डर करके आए हो ते मैं तुहानू कहां बच्चे अगे तो मर्डर नहीं करना, ये गल बुरी है। किन्ना फनी एस्पेक्ट है ना। तो मैं तुहानू इदां समझा रही हां, तुसी मर्डर कर रहे हो ते मैं तुहानू समझा रही हां कि इदां नहीं करीदा हुंदा, बैड थिंग्स, है ना। तो गांधी जी तो पर यही कहंदे सी कि अगर तुसी किसी भी क्रिमिनल नू सजा देनी है ना तो उसनू बैड बिहेवियर नहीं करना, ठीक है। तो असी ये चीजां बोलांगे पुराने टाइम पीरियड दे जो राइटर ने ना, वो कहंदे ने कि इदां दे थॉट्स होने चाहिए ने जेदे नाल मतलब साडी सोसाइटी वधिया बन सके, जस्ट वो प्रिंसिपल बनाते रहंदे सी। मॉडर्न टाइम पीरियड दे राइटर कहंदे आ पॉलिटिकल साइंस ਉਹ है ਜਿਹਨੂੰ ਅਸੀਂ फैक्ट दे बेसिस दे उत्ते एक्सेप्ट करिए। ਅਸੀਂ हरेक चीज दे बारे च स्टडी करांगे, कोई चीज वधिया है ते क्यों है, घटिया है ते क्यों है, ठीक है। जसप्रीत थिंड हुनी आए ने, तो जसप्रीत अगर किसी चीज से प्रॉब्लम होएगी ना फटाफट क्वेश्चन पुट कर लेना, क्योंकि जो चीजें हुन समझ आ गई हुनी समझ आनियां, बाद चों नहीं आनियां, ठीक है। तो ਅਸੀਂ कर रहे हैं मॉडर्न ते पुराने यानी कि ट्रेडिशनल टाइम पीरियड दे जो राइटर ने पॉलिटिकल साइंस बारे की कहंदे ने। पुराने टाइम पीरियड दे राइटर पॉलिटिकल साइंस दे बारे विच जस्ट अपने अपने थॉट बनांदे ने, प्रिंसिपल बनांदे ने ते उन्हां दे बेसिस ते कहंदे ने कि एक अच्छा जो एनवायरनमेंट होना चाहिए, जस्ट प्रिंसिपल बनाते रहंदे ने। जबकि मॉडर्न टाइम पीरियड दे राइटर जो ने वो कहंदे ने पॉलिटिकल साइंस नू अगर तुसी एक्सेप्ट करना है तो फैक्ट दे बेसिस ते करो, तरक दे बेसिस ते करो कि केड़ा पॉलिटिकल साइंस ज्यादा बेटर है, केड़ी नहीं, केड़ी गवर्नमेंट बेटर है, केड़ी नहीं बेटर, कंपैरिजन करो कहंदे पहला चीजां दा, फिर उस तो बाद चीजां दे बारे विच रिजल्ट कड्डो,
ठीक है, कंपैरिजन करन ਨੂੰ इंपॉर्टेंस ਦਿੰਦੇ ਨੇ। नेक्स्ट सेकंड पॉइंट है कहंदे ट्रेडिशनल आर मोर कनेक्टेड विद द फ्यूचर। कहंदे कि ਜਿਹੜੇ ट्रेडिशनल टाइम पीरियड ਦੇ ਰਾਈਟਰ ਨੇ ਨਾ ਉਹ ਜਸਟ ਫਿਊਚਰ ਨੂੰ ਵਧੀਆ ਬਣਾਉਣ ਤੇ ਲੱਗੇ ਆ ਕਿ ਅੱਛੇ ਜੇ ਪ੍ਰਿੰਸੀਪਲ ਬਣਾ ਲਏ ਜਾਣ ਤਾਂ ਜੋ ਪ੍ਰਿੰਸੀਪਲ ਦਾ ਮਤਲਬ ਆਪਣੇ ਕਾਲਜ ਦੇ ਪ੍ਰਿੰਸੀਪਲ ਨਹੀਂ, ਪ੍ਰਿੰਸੀਪਲ ਦਾ ਮਤਲਬ ਸਿਧਾਂਤ, ਕੁਝ ਅੱਛੀਆਂ ਚੀਜ਼ਾਂ ਬਣਾ ਲੀਆਂ ਜਾਣ ਜਿਹਦੇ ਕਰਕੇ ਸਾਡਾ ਫਿਊਚਰ ਵਧੀਆ ਬਣ ਸਕੇ। whereas the modernist are more the concerned with the present। ਜਿਹੜੇ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਉਹ ਕਹਿੰਦੇ ਕਿ ਪਹਿਲਾਂ ਤੁਹਾਡਾ ਪ੍ਰੈਜ਼ੈਂਟ ਅੱਛਾ ਹੋਣਾ ਚਾਹੀਦਾ, ਫਿਊਚਰ ਤਾਂ ਆਪੇ ਅੱਛਾ ਹੋ ਜਾਏਗਾ। ਪਹਿਲਾਂ ਪ੍ਰੈਜ਼ੈਂਟ ਟਾਈਮ ਪੀਰੀਅਡ ਨੂੰ ਤਾਂ ਇੱਕ ਅੱਛੇ ਟਾਈਮ ਪੀਰੀਅਡ ਦੇ ਵਿੱਚ ਤੁਸੀਂ ਕੰਮ ਕਰੋ, ਹੈ ਨਾ। तो ਉਹ ਕੀ ਬੋਲਦੇ ਹੈਗੇ ਨੇ ਕਿ ਪ੍ਰੈਜ਼ੈਂਟ ਟਾਈਮ ਪੀਰੀਅਡ ਨੂੰ ਪਹਿਲਾਂ ਤੁਸੀਂ ਇੱਕ ਅੱਛਾ ਟਾਈਮ ਪੀਰੀਅਡ ਬਣਾਓ। ਨੈਕਸਟ ਹੈ ਜੀ ਕਹਿੰਦੇ ਟ੍ਰੈਡੀਸ਼ਨਲ ਵਿਊ ਪੁਆਇੰਟ ਇਜ਼ ਮੋਰ ਕੰਸਰਨਡ ਵਿਦ ਦਾ ਫਾਰਮਲ ਸਟਰਕਚਰ। ਕਹਿੰਦੇ ਕਿ ਪੁਰਾਣੇ ਟਾਈਮ ਪੀਰੀਅਡ ਦੇ ਰਾਈਟਰ ਨੇ ਨਾ ਉਹ ਕਹਿੰਦੇ ਨੇ ਕਿ ਅਗਰ ਤੁਸੀਂ ਪੋਲਿਟੀਕਲ ਸਾਇੰਸ ਦੇ ਬਾਰੇ ਵਿੱਚ ਨੌਲੇਜ ਲੈਣੀ ਆ ਤੇ ਤੁਸੀਂ ਗਵਰਨਮੈਂਟ ਦੇ ਬਾਰੇ ਚ ਨੌਲੇਜ ਲੈ ਲਓ। ਇਹ ਲਾਈਨ ਇੰਨੀ ਇੰਪੋਰਟੈਂਟ ਹੈ ਨਾ ਕਿ ਬਾਅਦ ਚੋਂ ਪੜੋਗੇ ਤਾਂ ਸ਼ਾਇਦ ਸਮਝ ਨਹੀਂ ਆਏਗੀ ਕਿ ਪਤਾ ਨਹੀਂ ਕੀ ਕਹਿ ਗਏ ਰਾਈਟਰ। ਪੁਰਾਣੇ ਟਾਈਮ ਪੀਰੀਅਡ ਦੇ ਰਾਈਟਰ ਨੇ ਉਹ ਕਹਿੰਦੇ ਨੇ ਕਿ ਅਗਰ ਪੋਲਿਟੀਕਲ ਸਾਇੰਸ ਬਾਰੇ ਨੌਲੇਜ ਲੈਣੀ ਹੈ ਨਾ ਜਸਟ ਗਵਰਨਮੈਂਟ ਦੇ ਬਾਰੇ ਵਿੱਚ ਨੌਲੇਜ ਲੈ ਲਓ, ਪੋਲਿਟੀਕਲ ਸਾਇੰਸ ਬਾਰੇ ਵਿੱਚ ਨੌਲੇਜ ਹੈ। ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਇਸ ਤਰ੍ਹਾਂ ਨਹੀਂ ਬੋਲਦੇ, ਉਹ ਕਹਿੰਦੇ ਕਿ ਹਰ ਉਹ ਐਕਟੀਵਿਟੀ ਜਿਹਦੇ ਨਾਲ ਸਾਡੀ ਪੋਲਿਟਿਕਸ ਨੂੰ ਇਫੈਕਟ ਪੈਂਦਾ ਵਾ ਉਹ ਪੋਲਿਟਿਕਸ ਹੈ, ਉਹ ਵਾ ਪੋਲਿਟੀਕਲ ਸਾਇੰਸ। ਠੀਕ ਹੈ, ਹੁਣ ਮੈਂ ਕਹਿ ਲੂੰਗੀ ਮੈਂ ਧਰਨਾ ਲਗਾਇਆ ਹੈ, ਠੀਕ ਹੈ, ਮੈਂ ਸਟ੍ਰਾਈਕ ਕੀਤੀ ਹੈ, ਕੀ ਗਾਰੰਟੀ ਹੈ ਕਿ ਮੇਰੀ ਸਟ੍ਰਾਈਕ ਦੇ ਨਾਲ ਗਵਰਨਮੈਂਟ ਨੂੰ ਇਫੈਕਟ ਨਹੀਂ ਪੈਂਦਾ? ਪਏਗਾ। ਆਪਾਂ ਕਹਿਣਾ ਕਿ ਗਵਰਨਮੈਂਟ ਦੇ ਬਾਰੇ ਵਿੱਚ ਨੌਲੇਜ ਲੈਣਾ, ਪੋਲਿਟੀਕਲ ਸਾਇੰਸ ਬਾਰੇ ਨੌਲੇਜ ਨਹੀਂ ਹੋਣ ਲੱਗੀ। ਹਰ ਉਹ ਐਕਟੀਵਿਟੀ ਜਿਹਦੇ ਨਾਲ ਸਾਡੀ ਪੋਲਿਟਿਕਸ ਨੂੰ ਇਫੈਕਟ ਪੈਂਦਾ ਵਾ ਉਹ ਹੈ ਪੋਲਿਟੀਕਲ ਸਾਇੰਸ। ਠੀਕ ਹੈ, ਉਸ ਤੋਂ ਬਾਅਦ ਹੈਗਾ ਵਾ ਕਹਿੰਦੇ ਮਾਡਰਨ ਰਾਈਟਰ ਕੰਸੀਡਰ ਪੋਲਿਟੀਕਲ ਸਾਇੰਸ ਮੋਰ ਐਨ ਆਰਟ ਦੈਨ ਸਾਇੰਸ। ਕਹਿੰਦੇ ਆਧੁਨਿਕ ਟਾਈਮ ਪੀਰੀਅਡ ਦੇ ਜਿਹੜੇ ਰਾਈਟਰ ਨੇ ਕਹਿੰਦੇ ਆਧੁਨਿਕ ਵਿਦਵਾਨ ਰਾਜਨੀਤਿਕ ਸ਼ਾਸਤਰ ਨੂੰ ਵਿਗਿਆਨ ਨਾਲੋਂ ਕਲਾ ਵਧੇਰੇ ਮੰਨਦੇ ਆ। ਉਹ ਕਹਿੰਦੇ ਕਿ ਪੋਲਿਟਿਕਸ ਨਾ ਇੱਕ ਆਰਟ ਹੈ, ਵਾਕਈ ਪੋਲਿਟਿਕਸ ਇੱਕ ਆਰਟ ਹੈ। ਹਰ ਕੋਈ ਪਰਸਨ ਨਹੀਂ ਪੋਲਿਟਿਕਸ ਨੂੰ ਚਲਾ ਸਕਦਾ, ਹਰ ਕੋਈ ਪਰਸਨ ਨਹੀਂ ਨਿਊਜ਼ਪੇਪਰ ਦੇ ਵਿੱਚ ਆ ਸਕਦਾ, ਹਰ ਕੋਈ ਪਰਸਨ ਨਹੀਂ ਟੈਲੀਵਿਜ਼ਨ ਦੇ ਮੂਹਰੇ ਝੂਠੀਆਂ ਸੱਚੀਆਂ ਸਾਰੀਆਂ ਗੱਲਾਂ ਕਰ ਸਕਦਾ। ਪੋਲਿਟਿਕਸ ਇੱਕ ਆਰਟ ਹੈ ਜਿਹਨੂੰ ਹਰ ਕੋਈ ਨਹੀਂ ਚਲਾ ਸਕਦਾ। ਤੁਸੀਂ ਡਾਕਟਰ ਮਨਮੋਹਨ ਸਿੰਘ ਦੇਖੇ ਸਭ ਨੇ, ਕਿੰਨੇ ਸ਼ਾਂਤ ਕਿਸਮ ਦੇ ਇਨਸਾਨ ਹੈ ਨਾ। ਜਦੋਂ ਸਾਡੇ ਪੀਐਮ ਬਣੇ ਸੀਗੇ ਤੁਸੀਂ ਦੇਖ ਲਓ 2004 ਤੋਂ 2014 यानी कि पूरे 10 साल पीएम रहे, मजाल वो बंदा बोलिया ना, बड़ा साऊ, बड़ा शांत, बड़ा चुप चपीता। आ मोदी चुप ही नहीं करदी। बिल्कुल बिल्कुल ਉਹਨੂੰ ਕਾਂਗਰਸ ਪਾਰਟੀ ਦੀ ਸੋਨੀਆ ਗਾਂਧੀ ਜੀ ਕੰਟਰੋਲ ਕਰਦੇ ਸੀ, ਹੈ ਨਾ, ਉਹਦਾ ਰਿਮੋਟ ਉਹਨਾਂ ਦੇ ਹੱਥ ਵਿੱਚ ਸੀਗਾ, ਹੈ ਨਾ। ਹਾਂਜੀ ਹਾਂਜੀ ਬਿਲਕੁਲ ਬਿਲकुल। ਸੋ ਕਹਿੰਦੇ ਕਿ ਪੋਲਿਟਿਕਸ ਨਾ ਇੱਕ ਆਰਟ ਹੈ ਜਿਸ ਨੂੰ ਹਰ ਕੋਈ ਇਨਸਾਨ ਨਹੀਂ ਚਲਾ ਸਕਦਾ ਤੇ ਨਰਿੰਦਰ ਮੋਦੀ ਉਸੇ ਚੀਜ਼ ਨੂੰ ਅੱਛੇ ਤਰੀਕੇ ਨਾਲ ਚਲਾ ਰਹੇ ਆ ਤੇ ਜਿਹੜੇ ਡਾਕਟਰ ਮਨਮੋਹਨ ਸੀ ਉਸੇ ਚੀਜ਼ ਨੂੰ ਇੱਕਦਮ ਸ਼ਾਂਤ ਵਾਲੇ ਤਰੀਕੇ ਨਾਲ, ਮਤਲਬ ਉਹਨਾਂ ਦੇ ਟਾਈਮ ਪੀਰੀਅਡ ਦੇ ਵਿੱਚ ਕੋਈ ਮਹਿੰਗਾਈ ਨਹੀਂ ਇੰਨੀ ਖਾਸ ਹੁੰਦੀ ਸੀ, ਲੋਕਾਂ ਨੂੰ ਕੋਈ ਸਫਰ ਨਹੀਂ ਇੰਨਾ ਖਾਸ ਕਰਨਾ ਪੈਂਦਾ ਸੀ, ਕੋਈ ਨਿਊ ਐਕਟੀਵਿਟੀ ਉਹ ਕਰਦੇ ਨਹੀਂ ਸੀ। ਸੋ ਇੱਕ ਆਰਟ ਹੈ, ਹਰ ਕੋਈ ਪਰਸਨ ਇਸ ਆਰਟ ਦੇ ਵਿੱਚ ਸਕਸੈਸਫੁਲ ਨਹੀਂ ਹੋ ਪਾਉਂਦਾ। ਠੀਕ ਹੈ, ਚਲੋ ਉਸ ਤੋਂ ਬਾਅਦ ਹੈਗਾ ਵਾ ਤੁਹਾਡਾ ਕਹਿੰਦੇ ਡਿਫਰੈਂਟ ਇਨ ਰਿਸਪੈਕਟ ਆਫ ਦਾ ਅਪਰੋਚ ਆਫ ਸਟੱਡੀ। ਕਹਿੰਦੇ ਅਧਿਐਨ ਦੇ ਦ੍ਰਿਸ਼ਟੀਕੋਣ ਸੰਬੰਧੀ ਅੰਤਰ। ठीक है, बहुत सारे राइटर ये चीज बोलते ने पुराने टाइम पीरियड दे ਉਹ ਮੰਨਦੇ ਨੇ ਇਹਨੂੰ ਹਾਈਪੋਥੀਸਿਸ। ਹਾਈਪੋਥੀਸਿਸ ਸਮਝਦੇ ਹੋ, ਜਿਹਨੂੰ ਅਸੀਂ ਬੋਲ ਦਿੰਨੇ ਆ ਪਰਿਕਲਪਨਾਵਾਂ, ਹੈ ਨਾ, ਕਲਪਨਾਵਾਂ ਜੀਆਂ ਕਰਨੀਆਂ। तो ਜਿਹੜਾ ਪੁਰਾਣੇ ਟਾਈਮ ਪੀਰੀਅਡ ਦੇ ਰਾਈਟਰ ਨੇ ਨਾ ਉਹ ਪੋਲਿਟੀਕਲ ਸਾਇੰਸ ਦੇ ਰਿਲੇਟ ਦੇ ਨਾਲ ਨਾ ਹਮੇਸ਼ਾ ਹਾਈਪੋਥੀਸਿਸ ਰਹਿੰਦੇ ਨੇ, ਕਲਪਨਾ ਹੀ ਕਰਦੇ ਰਹਿੰਦੇ ਨੇ, ਏਦਾਂ ਦੀ ਪੋਲਿਟੀਕਲ ਸਾਇੰਸ ਬਣਾਵਾਂਗੇ ਕਿ ਇਨ ਫਿਊਚਰ ਅੱਛਾ ਹੋ ਜਾਏਗਾ, ਇਨ ਫਿਊਚਰ ਦੇ ਵਿੱਚ ਆਹ ਪਾਲਿਸੀ ਬਣਾ ਦੇਵਾਂਗੇ ਤਾਂ ਹੋਰ ਵੀ ਸਾਡਾ ਫਿਊਚਰ ਬ੍ਰਾਈਟ ਹੋ ਜਾਏਗਾ। ਤਾਂ ਉਹ ਕੀ ਕਰਦੇ ਨੇ, ਉਹ ਇਹ ਚੀਜ਼ਾਂ ਕਰਦੇ ਨੇ ਕਿ ਜਸਟ ਥਾਟ ਬਣਾਉਂਦੇ ਨੇ ਪੁਰਾਣੇ ਟਾਈਮ ਪੀਰੀਅਡ ਦੇ ਰਾਈਟਰ ਐਂਡ ਉਹਨਾਂ ਨੂੰ ਇੰਪਲੀਮੈਂਟ ਕਰਕੇ ਦੈਨ ਉਹ ਸੋਚਦੇ ਨੇ ਕਿ ਸ਼ਾਇਦ ਇਹਨਾਂ ਚੀਜ਼ਾਂ ਦੇ ਨਾਲ ਸਾਡਾ ਫਿਊਚਰ ਹੈ ਜੋ ਬਹੁਤ ਬ੍ਰਾਈਟ ਹੋ ਜਾਏਗਾ। ਲੇਕਿਨ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਹਾਈਪੋਥੀਸਿਸ ਦੇ ਉੱਤੇ ਬਿਲੀਵ ਨਹੀਂ ਕਰਦੇ, ਉਹ ਜਸਟ ਬੋਲਦੇ ਨੇ ਕਿ ਪ੍ਰੈਜ਼ੈਂਟ ਟਾਈਮ ਪੀਰੀਅਡ ਨੂੰ ਅੱਛਾ ਕਰ ਲਓ ਦੈਨ ਤੁਹਾਡਾ ਫਿਊਚਰ ਆਪਣੇ ਆਪ ਹੀ ਬ੍ਰਾਈਟ ਹੋ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਤੁਹਾਡਾ ਹੈਗਾ ਵਾ ਕਹਿੰਦੇ
डिफरेंट अबाउट इंटरडिसिप्लिनरी स्टडी। एक गल याद रखना इत्थे हैगा अंतर विषा अध्ययन। पुराने टाइम पीरियड दे राइटर ना किसी भी उत्ते स्टडी नहीं सी करदे, ਉਹ ਹਰੇਕ ਚੀਜ਼ ਦੇ ਬਾਰੇ ਵਿੱਚ ਆਪਣੇ ਥॉट ਦੇ ਦਿੰਦੇ ਸੀ। ਜਿੱਦਾਂ ਮੰਨ ਲਓ ਮੈਨੂੰ ਕੋਈ ਪਰਸਨ अच्छा लगता है तो कोई बुरा लगता है तो मैं ना बोल देना है ये अच्छा है बुरा है, मैं कंपैरिजन नहीं कर रही। ਇਸੇ ਤਰ੍ਹਾਂ ਪੁਰਾਣੇ ਟਾਈਮ ਪੀਰੀਅਡ ਦੇ ਰਾਈਟਰ ਸੀ, ਉਹਨਾਂ ਨੂੰ ਜਿਹੜੀ ਗਵਰਨਮੈਂਟ ਦੇ ਬਾਰੇ ਵਿੱਚ ਉਹਨਾਂ ਨੇ ਇੰਡੀਆ ਦੀ ਗਵਰਨਮੈਂਟ ਦੇ ਬਾਰੇ ਵਿੱਚ ਵੀ ਸਭ ਕੁਝ ਲਿਖਤਾ, ਬ੍ਰਿਟਿਸ਼ ਦੀ ਗਵਰਨਮੈਂਟ ਦੇ ਬਾਰੇ ਵਿੱਚ ਵੀ ਲਿਖ ਦਿੱਤਾ, ਮਤਲਬ ਕਿ ਤੁਹਾਡੀ ਇੰਗਲੈਂਡ ਦੀ ਗਵਰਨਮੈਂਟ, ਅਮਰੀਕਾ ਦੀ ਗਵਰਨਮੈਂਟ ਦੇ ਬਾਰੇ ਵਿੱਚ ਵੀ ਸਭ ਕੁਝ ਲਿਖਤਾ। ਅਰੇ ਤੁਸੀਂ ਲਿਖ ਕਿਉਂ ਰਹੇ ਹੋ? ਕੰਪੈਰੀਜ਼ਨ ਕਰੋ ਨਾ, ਪਤਾ ਤਾਂ ਹੀ ਲੱਗੇਗਾ ਨਾ ਕਿਹੜੀ ਗਵਰਨਮੈਂਟ ਬੈਸਟ ਹੈ। ਮੈਨੂੰ ਏਦਾਂ ਹੀ ਥੋੜੀ ਨਾ ਪਤਾ ਲੱਗ ਜਾਏਗਾ ਕਿਹੜੀ ਗਵਰਨਮੈਂਟ ਬੈਸਟ ਹੈ। तो गवर्नमेंट बेस्ट होने दे लई मैनू कंपैरिजन करना पएगा। पुराने टाइम पीरियड दे राइटर इन्ना काम नहीं सी करदे कि कंपैरिजन कर लो, नथिंग लाइक दैट। वो जस्ट की करदे सी राइट डाउन, है ना। तो तुसी भी कई वेले गुस्से च अगर आपां आ जाने ना, असीं बोलना स्टार्ट कर दिंदे आ ये वो कंपैरिजन नहीं करते कि वाई क्यों इन्ना चीज़ां चलाईयां जा रही, क्यों इन्नियां चीज़ां बोलियां जा रही। पुराने टाइम पीरियड दे राइटर सेम सी, हर चीज दे बारे विच लिखना, लेकिन किसी चीज दे बारे विच कंपैरिजन नहीं सी करते। ठीक है, चलो नेक्स्ट है डिफरेंट इन देयर स्कोप। स्कोप मतलब खेतर। ਅਸੀਂ ਕਹਾਂਗੇ ਪੁਰਾਣੇ ਟਾਈਮ ਪੀਰੀਅਡ ਦੇ ਰਾਈਟਰ ਕਹਿੰਦੇ ਸੀ, ਫਿਰ ਦੁਬਾਰਾ ਮੈਂ ਲਾਈਨ ਰਿਪੀਟ ਕਰਨ ਲੱਗੀ ਹਾਂ, ਸੁਣ ਲਓ ਧਿਆਨ ਨਾਲ, ਆਣੀ ਵੀ ਚਾਹੀਦੀ ਹੈ ਤੁਹਾਨੂੰ ਬਾਅਦ ਚੋਂ। ਪੁਰਾਣੇ ਟਾਈਮ ਪੀਰੀਅਡ ਦੇ ਰਾਈਟਰ ਨੂੰ ਅਗਰ ਪੁੱਛੀਏ ਕਿ ਪੋਲਿਟੀਕਲ ਸਾਇੰਸ ਦਾ ਸਕੋਪ ਕੀ ਹੈ, ਖੇਤਰ ਕੀ ਹੈ, ਕਿਹੜੀਆਂ ਚੀਜ਼ਾਂ ਪੋਲਿਟੀਕਲ ਸਾਇੰਸ ਚ ਆਉਂਦੀਆਂ ਨੇ, ਤਾਂ ਕੀ ਬੋਲਦੇ ਸੀ? ਗਵਰਨਮੈਂਟ, ਜਸਟ ਗਵਰਨਮੈਂਟ ਉਹਦੇ ਪਾਰਟ, ਉਹਦੇ ਕਾइंड, ਇਹ ਹੈ ਪੋਲਿਟੀਕਲ ਸਾਇੰਸ। मॉडर्न टाइम पीरियड ਦੇ ਰਾਈਟਰ ਨੂੰ ਅਗਰ ਤੁਸੀਂ ਕਦੇ ਪੁੱਛੋਗੇ ਪੋਲਿਟੀਕਲ ਸਾਇੰਸ ਕੀ ਹੈ, ਤੇ ਉਹਨਾਂ ਨੇ ਕਹਿਣਾ ਹਰ ਉਹ ਐਕਟੀਵਿਟੀ ਜੋ ਹਿਊਮਨ ਬੀਇੰਗ ਕਰਦਾ ਹੈ, ਹਰ ਉਹ ਐਕਟੀਵਿਟੀ ਜੋ ਹਿਊਮਨ ਬੀਇੰਗ ਕਰਨ ਤੋਂ ਬਾਅਦ ਉਹਦਾ ਇਫੈਕਟ ਪੈਂਦਾ ਹੈ ਸਾਡੀ ਪੋਲਿਟਿਕਸ ਦੇ ਉੱਤੇ, ਉਹ ਹੈ ਪੋਲਿਟੀਕਲ ਸਾਇੰਸ। ਠੀਕ ਹੈ, ਉਸ ਤੋਂ ਬਾਅਦ ਹੈ डिफरेंट रिगार्डिंग द इंपॉर्टेंस ऑफ वैल्यू समझते हो? कदरा कीमतां। वैल्यू ये नहीं है मेरी की वैल्यू है या थोड़ी की वैल्यू है, वैल्यू है कदरा कीमतां। कहंदे कि ਅਸੀਂ ਦੇਖਦੇ ਹੈਗੇ ਆ ਕਿ ਹਰ ਇੱਕ ਪੋਲਿਟਿਕਸ ਦੀ ਆਪਣੀ ਆਪਣੀ ਵੈਲਿਊ ਹੈ, ਜਿਨ੍ਹਾਂ ਦੇ ਬੇਸ ਤੇ ਉਹ ਰੂਲ ਬਣਾਉਂਦਾ ਹੈ, ਰੂਲ ਬਣਾਉਣ ਤੋਂ ਬਾਅਦ ਸਾਡਾ ਫਿਊਚਰ ਕਿਦਾਂ ਦਾ ਹੋਏਗਾ ਉਹਨੂੰ ਸੈੱਟ ਕਰਦਾ ਹੈ। ਠੀਕ ਹੈ, ਜਿੱਦਾਂ ਕਿ ਕਹਿੰਦੇ ਕਿ ਜਿਹੜੇ ਪੁਰਾਣੇ ਟਾਈਮ ਪੀਰੀਅਡ ਦੇ ਰਾਈਟਰ ਨੇ ਉਹ ਆਪਣੀਆਂ ਕੁਝ ਏਦਾਂ ਦੀਆਂ ਵੈਲਿਊ ਸੈੱਟ ਕਰਦੇ ਸੀ, ਕੁਝ ਏਦਾਂ ਦੀਆਂ ਵੈਲਿਊ ਬਣਾਉਂਦੇ ਸੀ ਜਿਨ੍ਹਾਂ ਦੇ ਨਾਲ ਉਹ ਕਹਿੰਦੇ ਸੀ ਕਿ ਸਾਡਾ ਫਿਊਚਰ ਵਧੀਆ ਨਿਕਲ ਜਾਵੇ। ਮਤਲਬ ਉਹਨਾਂ ਨੇ ਦੇਖਣਾ ਕਿ ਅੱਛਾ ਅੱਜ ਦੇ ਟਾਈਮ ਪੀਰੀਅਡ ਦੇ ਵਿੱਚ ਸੋਨਾ ਮਹਿੰਗਾ ਵਾ, ਠੀਕ ਹੈ, ਸੋਨਾ ਜ਼ਿਆਦਾ ਨਹੀਂ ਹੈਗਾ, ਤਾਂ ਕੀ ਕਰਦੇ ਆ ਫਿਊਚਰ ਵਧੀਆ ਬਣਾਉਣ ਦੇ ਲਈ ਏਦਾਂ ਕਰਦੇ ਆ ਸੋਨੇ ਨੂੰ ਮਹਿੰਗਾ ਕਰ ਦਿੰਦੇ ਆ, ਲੋਕੀ ਖਰੀਦਣਗੇ ਨਹੀਂ, ਫਿਊਚਰ ਦੇ ਵਿੱਚ ਇਹ ਚੀਜ਼ਾਂ ਬਚ ਜਾਣਗੀਆਂ। ਉਹਨੂੰ ਕਹਿੰਦੇ ਆ ਕਿ ਥॉट ਬਣਾ ਲੈਣਾ ਫਿਊਚਰ ਬੈਸਟ ਕਰਨ ਦੇ ਲਈ। ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਇਦਾਂ ਦੇ ਨਹੀਂ, ਉਹ ਕਹਿੰਦੇ ਕਿ ਹੁਣ ਦੇ ਟਾਈਮ ਪੀਰੀਅਡ ਨੂੰ ਤੁਸੀਂ ਅੱਛੇ ਤਰੀਕੇ ਦਾ ਬਣਾਓ, ਫਿਊਚਰ ਤੋਂ ਆਪਣੇ ਆਪ ਵਧੀਆ ਬਣ ਜਾਏਗਾ, ਹੈ ਨਾ। ਜਿੱਦਾਂ ਹੁਣ ਦੇ ਟਾਈਮ ਪੀਰੀਅਡ ਦੇ ਵਿੱਚ ਤੁਹਾਡੀ ਸਭ ਦੀ ਇੱਕ ਗੱਲ ਬਹੁਤ ਅੱਛੀ ਲੱਗੀ, ਜਿੱਦਾਂ ਹੀ ਕਲਾਸਿਸ ਸਟਾਰਟ ਹੋਈਆਂ ਨੇ ਤੁਸੀਂ ਸਭ ਨੇ ਕਲਾਸਿਸ ਲਗਾ ਲਈਆਂ। ਮੈਨੂੰ ਨਹੀਂ ਪਤਾ ਸਮਝ ਆ ਰਿਹਾ ਹੈ ਕੁਝ ਕਿ ਨਹੀਂ ਆ ਰਿਹਾ, ਲੇਕਿਨ ਕੁਝ तो समझ आ रहा है ना, तो ਇਹਦਾ ਮਤਲਬ ਹੈ ਕੁਝ ਨਾ ਪਾਉਣ ਨਾਲੋਂ ਚੰਗਾ ਕੁਝ तो ਪਾ ਰਹੇ ਹੋ ਨਾ। तो इस तरीके दे नाल तो ਜਿਹੜੇ ਪੁਰਾਣੇ ਟਾਈਮ ਪੀਰੀਅਡ ਆ ਮਾਡਰਨ ਟਾਈਮ ਪੀਰੀਅਡ ਦੇ ਰਾਈਟਰ ਸੀ, ਉਹ ਚੀਜ਼ ਬੋਲਦੇ ਸੀਗੇ ਕਿ ਆਪਣੀ ਹੁੰਦੀ ਚੀਜ਼ ਨੂੰ ਤੁਸੀਂ ਬੈਸਟ ਬਣਾਓ, ਦੈਨ ਤੁਹਾਡਾ ਫਿਊਚਰ ਹੈ ਜੋ ਆਪਣੇ ਆਪ ਹੀ ਬ੍ਰਾਈਟ ਬਣ ਜਾਏਗਾ। ਠੀਕ ਹੈ, ਸੋ ਇਸ ਤਰ੍ਹਾਂ ਚੈਪਟਰ ਦਾ ਜਿਹੜਾ ਇਹ ਪੋਰਸ਼ਨ ਹੈਗਾ ਵਾ ਇਹ ਤੁਹਾਡਾ ਕੰਪਲੀਟ ਹੁੰਦਾ ਵਾ।